students, I welcome you all in this new book, new lesson, because earlier we got a summary of this lesson, now we got the full book. So let's start lesson first, the farmhouse cows. Okay, pre-reading. ਪ੍ਰੀ ਮਤਲਬ ਪਹਿਲਾਂ ਆ ਜੋ ਰੀਡਿੰਗ ਤੋਂ ਪਹਿਲਾਂ ਕੀ ਸਾਨੂੰ ਆਉਣਾ ਚਾਹੀਦਾ ਉਹ ਆਪਾਂ ਪਤਾ ਕਰੀਏ। ਐਕਟੀਵਿਟੀ ਫਸਟ ਹੈ ਲੁੱਕ ਅਪ ਦਾ ਫੋਲੋਇੰਗ ਵਰਡਸ ਇਨ ਅ ਡਿਕਸ਼ਨਰੀ। ਨੀਚੇ ਜਿਹੜੇ ਵਰਡਸ ਦਿੱਤੇ ਹਨ ਨਾ ਬਲੂ ਬਾਕਸ ਵਿੱਚ ਉਹ ਡਿਕਸ਼ਨਰੀ 'ਚ ਦੇਖਦੇ ਆ। ਸੋ ਤੁਹਾਡੀ ਡਿਕਸ਼ਨਰੀ ਕੌਣ ਹੈ? ਮੈਂ। ਅਪਰੀਸ਼ੀਏਟ ਹੁੰਦਾ ਕਿਸੇ ਦੀ ਤਾਰੀਫ ਕਰਨੀ। ਓਕੇ, ਕਿਸੇ ਦੇ ਕੀਤੇ ਹੋਏ ਨੂੰ ਅਸੀਂ ਸਰਾਹੁੰਦੇ ਹਾਂ ਵੀ ਤੂੰ ਬਹੁਤ ਵਧੀਆ ਕੀਤਾ, ਆਪਾਂ ਕੀ ਕਰ ਰਹੇ ਹਾਂ ਉਹਨੂੰ ਅਪਰੀਸ਼ੀਏਟ ਕਰ ਰਹੇ ਹਾਂ। ਲੋਫ ਹੁੰਦਾ ਪਾਓ, ਜਿਵੇਂ ਪਾਓ ਹੁੰਦੇ ਨਾ ਪਾਓ ਭਾਜੀ ਜਿਹਦੇ ਖਾਂਦੇ ਆਪਾਂ ਨਾ, ਉਹ ਬ੍ਰੈਡ ਦੇ ਬਣੇ ਹੋਏ ਪਾਓ। ਲੰਪ ਹੁੰਦਾ ਕਿਸੇ ਚੀਜ਼ ਦਾ ਢੇਰ, ਖਾਸ ਕਰਕੇ ਕਿਸੇ ਖਾਣ ਵਾਲੀ ਚੀਜ਼ ਦਾ ਢੇਰ। ਕ੍ਰੀਏਚਰ ਯਾਨੀ ਜੀਵ। ਮੂਵਿੰਗ ਚਲਦੇ ਫਿਰਦੇ ਗਤੀਸ਼ੀਲ। ਚੀਜ਼ ਪਨੀਰ। ਡਿਲੀਸ਼ੀਅਸ ਸਵਾਦ। ਅੰਡਰਨੀਥ ਨੀਚੇ। चलो शुरू करते हैं। लेट्स रीड द स्टोरी। Rajinder got very happy that his parents had bought a farm in a village। Rajinder बहुत खुश होया। क्यों? क्योंकि ਉਹਦੇ ਪੇਰੈਂਟਸ ਨੇ, ਮੰਮੀ ਡੈਡੀ ਨੇ ਇੱਕ ਫਾਰਮ ਖਰੀਦਿਆ ਸੀ। ਫਾਰਮ ਹੁੰਦਾ ਜਿੱਥੇ ਕਿਸਾਨ ਖੇਤੀ ਕਰਦੇ ਨੇ ਨਾ, ਉਹਦੇ ਨਾਲ ਦਾ ਘਰ, ਉਹਦੇ ਨਾਲ ਇੱਕ ਵੱਡਾ ਘਰ। ਓਕੇ, ਉਹ ਖਰੀਦਿਆ ਸੀ। Where they were moving from a city, ਜਿੱਥੇ ਕਿ ਉਹ ਆਪਣੇ ਸ਼ਹਿਰ ਤੋਂ ਜਾ ਰਹੇ ਸਨ। It was so different, ਇਹ ਬਹੁਤ ਅਲੱਗ ਸੀ। There were small green lanes instead of busy streets, ਕਿ ਉਸ ਜਗ੍ਹਾ 'ਤੇ ਬਹੁਤ ਛੋਟੀਆਂ ਭੀੜੀਆਂ ਗਲੀਆਂ ਸਨ, ਬਜਾਏ ਕਿ ਜਿੱਦਾਂ ਸ਼ਹਿਰ ਦੀਆਂ busy streets ਹੁੰਦੀਆਂ, 'ਚ ਰਸ਼ ਬਹੁਤ ਹੁੰਦਾ। Big trees instead of tall buildings, ਵੱਡੇ ਦਰੱਖਤ ਸਨ ਵੱਡੀਆਂ ਬਿਲਡਿੰਗਸ ਦੀ ਬਜਾਏ। ਓਕੇ, ਜਿਵੇਂ ਸ਼ਹਿਰਾਂ 'ਚ ਵੱਡੀਆਂ ਇਮਾਰਤਾਂ ਹੁੰਦੀਆਂ, ਉੱਥੇ ਕੀ ਸੀ? ਵੱਡੇ ਦਰੱਖਤ। ਐਂਡ ਅ ਲੋਟ ਆਫ ਐਨੀਮਲਸ ਐਂਡ ਬਰਡਸ, ਅਤੇ ਬਹੁਤ ਸਾਰੇ ਜਾਨਵਰ ਅਤੇ ਪੰਛੀ। ਰਜਿੰਦਰ ਕਾਊਂਟਡ ਦਾ ਐਨੀਮਲਸ ਐਂਡ ਸੈਡ ਟੂ ਹਿਜ਼ ਮਦਰ, ਰਜਿੰਦਰ ਨੇ ਉੱਥੇ ਜਿਹੜੇ ਜਾਨਵਰ ਸੀ ਉਹ ਗਿਣੇ ਅਤੇ ਮੰਮੀ ਨੂੰ ਕਿਹਾ, ਦੇयर ਆਰ 32 goats ਇਨ ਦਾ ਫੀਲਡਸ ਐਂਡ 6 ਲਿਟਲ ਕਿਡਸ। ਮੰਮੀ ਨੂੰ ਕਹਿੰਦਾ ਕਿ ਉੱਥੇ 32 ਬੱਕਰੀਆਂ ਹਨ ਅਤੇ 6 ਉਹਨਾਂ ਦੇ ਛੋਟੇ ਮੇਮਣੇ। ਓਕੇ, ਮੋਮ ਸੈਡ ਰਜਿੰਦਰ ਟੂ ਹਿਜ਼ ਮਦਰ, ਰਜਿੰਦਰ ਫਿਰ ਆਪਣੀ ਮੰਮੀ ਨੂੰ ਕਹਿੰਦਾ, ਐਂਡ ਦੇयर ਆਰ 9 horses ਐਟ ਦ ਫਾਰਮ, ਤੇ ਉਸ ਫਾਰਮ ਦੇ ਵਿੱਚ ਖੇਤ ਵਿੱਚ 9 ਘੋੜੇ ਵੀ ਹਨ। ਐਂਡ ਆਈ ਸਾ 2 rabbits ਦਿਸ ਮਾਰਨਿੰਗ, ਅਤੇ ਮੈਂ ਇਸ ਸਵੇਰ ਨੂੰ 2 ਰੈਬਿਟਸ ਵੀ ਦੇਖੇ ਸੀ, ਖਰਗੋਸ਼ ਵੀ ਦੇਖੇ ਸੀ। ਐਂਡ ਅਬਾਊਟ 12 ducks, ਅਤੇ ਲਗਭਗ 12 ਬੱਤਖਾਂ ਦੇਖੀਆਂ ਸਨ। ਆਈ ਕੁਡ ਨੋਟ ਕਾਊਂਟ ਦੈਮ ਪ੍ਰੋਪਰਲੀ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਗਿਣ ਸਕਿਆ। ਬਿਕੋਜ਼ ਦੇ ਵੁੱਡ ਨੋਟ ਸਟੇ ਸਟਿਲ ਇਨ ਵਨ ਪਲੇਸ, ਕਿਉਂਕਿ ਉਹ ਇੱਕ ਜਗ੍ਹਾ ਟਿਕਦੀਆਂ ਨਹੀਂ ਸਨ। ਦਾ ਹੈਨਸ ਵੁੱਡ ਆਲਸੋ ਨੋਟ ਸਟੇ ਸਟਿਲ, ਹੈਨਸ ਵੀ ਜਿਹੜੀਆਂ ਸੀ, ਮੁਰਗੀਆਂ ਵੀ ਜਿਹੜੀਆਂ ਸੀ, ਉਹ ਵੀ ਇੱਕ ਜਗ੍ਹਾ ਨਹੀਂ ਟਿਕੀਆਂ। ਵਾਟ ਅਬਾਊਟ ਦਾ ਕਾਊਜ਼ ਸੈਡ ਹਿਜ਼ ਮਦਰ, ਮੰਮੀ ਨੇ ਕਿਹਾ ਕਾਊਜ਼ ਬਾਰੇ ਤੇਰਾ ਕੀ ਵਿਚਾਰ ਹੈ? ਗਾਵਾਂ ਬਾਰੇ। ਹੈਵ ਯੂ ਕਾਊਂਟਡ ਦੋਜ਼, ਕੀ ਤੂੰ ਉਹਨਾਂ ਨੂੰ ਗਿਣਿਆ? I don't like cows, said ਰਜਿੰਦਰ। ਰਜਿੰਦਰ ਨੇ ਕਿਹਾ ਮੈਂ ਨਹੀਂ ਗਾਵਾਂ ਨੂੰ ਪਸੰਦ ਕਰਦਾ। They have big horns and they roar at me, ਉਹਨਾਂ ਦੇ ਵੱਡੇ ਵੱਡੇ ਸਿੰਗ ਹੁੰਦੇ ਹਨ ਤੇ ਮੇਰੇ ਵੱਲ ਦੇਖ ਕੇ ਗੁਰਰਾਉਂਦੀਆਂ ਹਨ। ਠੀਕ ਹੈ। Oh no, said his mother, ਮੰਮੀ ਨੇ ਕਿਹਾ ਉਹ ਨਹੀਂ, lions roar, ਸ਼ੇਰ ਗੁਰਰਾਉਂਦੇ ਹਨ। Cows only moo, okay, cows ਕਾਹਦੀ ਆਵਾਜ਼ ਕਰਦੀਆਂ? moo sound, okay, well it sounds just like lions to me, said ਰਜਿੰਦਰ। ਕਹਿੰਦਾ ਆਹੋ, ਪਰ ਮੈਨੂੰ ਤਾਂ ਇਹਨਾਂ ਦੀ ਆਵਾਜ਼ ਸ਼ੇਰ ਵਾਂਗੂ ਹੀ ਲੱਗਦੀ ਹੈ। I do not like the cows at all, they are bad, ਮੈਨੂੰ ਨਹੀਂ ਗਾਵਾਂ ਪਸੰਦ, ਉਹ ਬੁਰੀਆਂ ਹਨ। No, they are very good friends, ਨਹੀਂ ਉਹ ਬਹੁਤ ਅੱਛੀਆਂ ਮਿੱਤਰ ਹਨ, ਦੋਸਤ ਹਨ। They give us delicious gifts, said mother, ਮੰਮੀ ਨੇ ਕਿਹਾ ਉਹ ਤਾਂ ਸਾਨੂੰ ਬੜੇ ਸਵਾਦਿਸ਼ਟ ਤੋਹਫੇ ਦਿੰਦੀਆਂ ਹਨ, ਮਿੱਠੇ ਮਿੱਠੇ ਤੋਹਫੇ ਦਿੰਦੀਆਂ ਹਨ। She took down a jug of milk, ਉਸਨੇ ਮਿਲਕ ਦਾ ਜੱਗ, ਦੁੱਧ ਦਾ ਜੱਗ ਨੀਚੇ ਲਿਆ ਕੇ ਰੱਖਿਆ। She poured it into a mug and gave it to ਰਜਿੰਦਰ, poured ਹੁੰਦਾ ਪਾਇਆ, ਉਸਨੇ ਦੁੱਧ ਮੱਗ ਵਿੱਚ ਪਾਇਆ ਤੇ ਰਜਿੰਦਰ ਨੂੰ ਦੇਤਾ। He drank it, drank ਹੁੰਦਾ ਪੀ ਲਿਆ, ਹਨਾ, drink ਹੁੰਦਾ ਪੀਣਾ, drank
ਪੀਤਾ, ਉਸਨੇ ਇਹ ਪੀ ਲਿਆ। तो did that come from the cow, he asked, so ਇਹ ਗਾਂ ਤੋਂ ਆਇਆ ਹੈ, ਉਸਨੇ ਪੁੱਛਿਆ। ਮਦਰ nodded, ਮਦਰ ਨੇ ਸਿਰ ਹਿਲਾਇਆ। well it was simply delicious, ਇਹ ਤਾਂ ਸੱਚਮੁੱਚ ਬਹੁਤ ਸਵਾਦ ਹੈ। at lunch mother put down a dish of sweetened apples for ਰਜਿੰਦਰ, ਦੁਪਹਿਰ ਦੇ ਖਾਣੇ ਵੇਲੇ ਮੰਮੀ ਨੇ ਇੱਕ ਹੋਰ ਬੜੀ ਸਵਾਦ ਚੀਜ਼ ਰਜਿੰਦਰ ਵਾਸਤੇ ਰੱਖੀ, ਉਹ ਕਿਹੜੀ ਸੀ? ਮਿੱਠੇ ਸੇਬ। He looked around for the custard that mother usually made for him with this dish. ਉਹ ਆਸ-ਪਾਸ ਦੇਖ ਰਿਹਾ ਸੀ ਕਿ ਕਸਟਰਡ ਕਿੱਥੇ ਹੈ ਜਿਹੜੇ ਮੰਮੀ ਅਕਸਰ ਮੇਰੇ ਵਾਸਤੇ ਇਸ ਡਿਸ਼ ਦੇ ਨਾਲ, ਇਸ ਚੀਜ਼ ਦੇ ਨਾਲ ਮੈਨੂੰ ਦਿੰਦੇ ਹੁੰਦੇ ਸੀ। There was none, ਉਹ ਉੱਥੇ ਨਹੀਂ ਸੀ। The cow has sent you this gift instead, ਬਲਕਿ ਗਾਂ ਨੇ ਉਸ ਦੀ ਬਜਾਏ ਤੈਨੂੰ ਆਹ ਗਿਫਟ ਸੈਂਡ ਕੀਤਾ ਹੈ, said mother, ਮਦਰ ਨੇ ਕਿਹਾ। and she gave ਰਜਿੰਦਰ a little jug full of thick cream, ਉਸ ਤੋਂ ਬਾਅਦ ਰਜਿੰਦਰ ਦੇ ਮੰਮੀ ਨੇ ਰਜਿੰਦਰ ਨੂੰ thick cream ਯਾਨੀ ਗਾੜੀ ਕਰੀਮ ਦਾ ਇੱਕ ਜੱਗ ਉਹਦੇ ਸਾਹਮਣੇ ਰੱਖ ਦਿੱਤਾ। how lovely it was, ਇਹ ਕਿੰਨੀ ਵਧੀਆ ਹੈ। ਰਜਿੰਦਰ poured it, poured ਹੁੰਦਾ ਪਾਇਆ। ਰਜਿੰਦਰ poured it all over his apples, ਉਸਨੇ ਆਪਣੇ ਸਾਰੇ ਐਪਲ ਤੇ ਉਹ ਕਰੀਮ ਪਾ ਲਈ। they tasted much nicer than usual, ਹੁਣ ਇਹ ਮਿੱਠੇ ਸੇਬ ਉਸ ਤੋਂ ਵੀ ਜ਼ਿਆਦਾ ਸਵਾਦੀ ਲੱਗ ਰਹੇ ਸੀ ਆਮ ਨਾਲੋਂ। so that comes from the cow too, ਅੱਛਾ ਇਹ ਵੀ ਕਾਉ ਤੋਂ ਆਈ ਹੈ, said the little boy, ਛੋਟੇ ਲੜਕੇ ਨੇ ਕਿਹਾ। well it must be a very kind animal, yes it is, ਹਾਂ ਇਹ ਜ਼ਰੂਰ ਹੀ ਬਹੁਤ ਦਿਆਲੂ ਪਸ਼ੂ ਹੈ, ਹਾਂ ਇਹ ਹੈ। all these things are made of cow milk, ਇਹ ਜਿਹੜੀਆਂ ਵੀ ਚੀਜ਼ਾਂ ਹਨ ਇਹ ਸਾਰੀਆਂ ਗਾਂ ਦੇ ਦੁੱਧ ਤੋਂ ਬਣੀਆਂ ਹਨ, said mother, ਮਦਰ ਨੇ ਕਿਹਾ। ਰਜਿੰਦਰ was surprised to know that cow gave so much milk that his mother could make so many things out of it, ਰਜਿੰਦਰ ਬੜਾ ਹੈਰਾਨ ਸੀ ਕਿ ਗਾਂ ਸਾਨੂੰ ਇੰਨਾ ਦੁੱਧ ਦਿੰਦੀ ਹੈ ਕਿ ਮੇਰੇ ਮੰਮੀ ਇੰਨੀਆਂ ਸਾਰੀਆਂ ਚੀਜ਼ਾਂ ਉਸ ਤੋਂ ਬਣਾ ਲੈਂਦੇ ਹਨ। at tea time, ਚਾਹ ਵੇਲੇ mother served a loaf of bread on the table with homemade jam, ਚਾਹ ਵੇਲੇ ਮੰਮੀ ਨੇ ਬ੍ਰੈਡ ਦੇ ਟੁਕੜੇ ਨਾਲ ਘਰ ਦਾ ਬਣਿਆ ਹੋਇਆ ਜੈਮ ਦਿੱਤਾ। usually there were slices of bread and butter, ਆਮ ਕਰਕੇ ਇਸ ਟਾਈਮ ਬ੍ਰੈਡ ਅਤੇ ਬਟਰ ਦੇ ਸਲਾਈਸ ਯਾਨੀ ਟੁਕੜੇ ਹੁੰਦੇ ਹਨ। look ਰਜਿੰਦਰ, the cow has sent me a present too, ਰਜਿੰਦਰ ਦੇਖੋ ਕਾਉ ਨੇ ਇਸ ਵੇਲੇ ਵੀ ਇੱਕ ਹੋਰ ਤੋਹਫਾ ਤੇਰੇ ਵਾਸਤੇ ਦਿੱਤਾ ਹੈ। mother lifted up the lid, ਮਦਰ ਨੇ ਆ ਜਿਹੜੀ ਡਿਸ਼ ਆਈ ਸੀ ਪਨੀਰ ਉਸ ਤੋਂ ਢੱਕਣ ਚੱਕਿਆ। ਐਂਡ ਅੰਡਰਨੀਥ ਰਜਿੰਦਰ saw a big lump of homemade cheese, ਅਤੇ ਉਸ ਦੇ ਥੱਲੇ ਰਜਿੰਦਰ ਨੇ ਦੇਖਿਆ ਇੱਕ ਵੱਡਾ ਢੇਰ homemade cheese ਦਾ ਪਿਆ ਸੀ। ਓਕੇ, ਮਦਰ cut for herself a piece of cheese and said it was delicious, ਮਦਰ ਨੇ ਆਪਣੇ ਲਈ ਇੱਕ ਪਨੀਰ ਦਾ ਪੀਸ ਕੱਟਿਆ ਅਤੇ ਕਿਹਾ ਤਾਂ ਬਹੁਤ ਸਵਾਦ ਸੀ। may I put some on my loaf, said ਰਜਿੰਦਰ, ਕਹਿੰਦਾ ਕਿ ਮੈਂ ਵੀ ਆਪਣੇ ਬ੍ਰੈਡ ਦੇ ਟੁਕੜੇ ਉੱਤੇ ਇਸ ਨੂੰ ਰੱਖ ਸਕਦਾ ਹਾਂ। oh my god, said ਰਜਿੰਦਰ, what a nice friendly creature the cow is, ਗਾਂ ਕਿੰਨੀ ਮਿੱਤਰਤਾਪੂਰਵਕ ਜਾਨਵਰ ਹੈ। I will not hate it anymore or be frightened of it, ਮੈਂ ਇਸ ਨਾਲ ਹੋਰ ਹੁਣ ਨਫ਼ਰਤ ਨਹੀਂ ਕਰਾਂਗਾ ਅਤੇ ਨਾ ਹੀ ਇਸ ਤੋਂ ਡਰਾਂਗਾ। there is no reason to be, said mother, ਮਦਰ ਨੇ ਕਿਹਾ ਹੁਣ ਤਾਂ ਇਸ ਦਾ ਕੋਈ ਕਾਰਨ ਵੀ ਨਹੀਂ ਹੈ ਕਿ ਨਫ਼ਰਤ ਕਿਉਂ ਕੀਤੀ ਜਾਵੇ, ਡਰਿਆ ਕਿਉਂ ਜਾਵੇ। I shall go and stand on the gate that leads to the cow fields, ਮੈਂ ਹੁਣੇ ਹੀ ਜਾਵਾਂਗਾ ਅਤੇ ਜਿਹੜਾ ਗੇਟ ਕਾਉ ਦੇ ਮੈਦਾਨ ਤੇ ਲੱਗਿਆ ਹੋਇਆ ਹੈ ਮੈਂ ਉੱਥੇ ਆ ਕੇ ਖੜਾਂਗਾ। ਐਂਡ ਸੇ ਥੈਂਕ ਯੂ ਟੂ ਦ ਕਾਉਜ਼, ਤੇ ਮੈਂ ਕਾਉਜ਼ ਨੂੰ ਕਹਾਂਗਾ ਤੁਹਾਡਾ ਧੰਨਵਾਦ। ਸੈਡ ਰਜਿੰਦਰ ਨੇ ਕਿਹਾ। I did not know they were so kind, ਮੈਨੂੰ ਨਹੀਂ ਪਤਾ ਸੀ ਕਿ ਉਹ ਇੰਨੀਆਂ ਦਿਆਲੂ ਹਨ। ਐਂਡ ਨਾਓ ਰਜਿੰਦਰ ਇਜ਼ ਨੋਟ ਅ ਬਿਟ ਅਫਰੇਡ ਆਫ ਕਾਉਜ਼, ਅਤੇ ਹੁਣ ਰਜਿੰਦਰ ਬਿਲਕੁਲ ਨਹੀਂ ਡਰਦਾ ਕਾਉਜ਼ ਤੋਂ। and he likes them very much, ਅਤੇ ਉਹਨਾਂ ਨੂੰ ਬਹੁਤ ਪਸੰਦ ਕਰਦਾ ਹੈ। he says they are his friends, ਉਹ ਕਹਿੰਦਾ ਹੈ ਕਿ ਉਹ ਉਸ ਦੀਆਂ ਦੋਸਤ ਹਨ। what do you say, ਤੁਸੀਂ ਕੀ ਕਹਿੰਦੇ ਹੋ? now come to the post reading, so vocabulary expansion means ਆਪਾਂ ਕਿਹੜੀ vocabulary expand ਕੀਤੀ। vocabulary ਕੀ ਹੁੰਦਾ? ਸ਼ਬਦ ਅਰਥ, ਨਵੇਂ ਸ਼ਬਦ ਸਿੱਖਣੇ। expansion ਕੀ ਹੁੰਦਾ? ਵਧਾਣੀ। ਆਪਾਂ ਨੂੰ ਕੋਈ ਨਵੇਂ ਸ਼ਬਦ ਸਿੱਖਣ ਨੂੰ ਮਿਲਣ ਤਾਂ ਸਾਡੀ ਕੀ ਹੋਗੀ? vocabulary expand ਹੋਏਗੀ, ਸਾਡੀ vocabulary expansion ਹੋਏਗੀ। okay, ਚਲੋ ਆਜੋ ਸ਼ੁਰੂ ਕਰਦੇ ਹਾਂ। so two examples are given below, a cow mows, a lion roars, so ਇਹ ਕੀ ਨੇ ਜਿਹੜੇ
ਕ੍ਰੀਏਚਰਸ ਹੈ ਉਹਨਾਂ ਦੀਆਂ ਆਵਾਜ਼ਾਂ ਨੇ। ਸੋ ਆਓ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੀ ਆਵਾਜ਼ ਕਰਦਾ। ਹੋਰ ਨੀ ਸਿੱਖੋਗੇ ਕਿ ਉੱਪਰ ਐਸ ਲੱਗਿਆ ਨਹੀਂ, ਨੀਚੇ ਐਸ ਸਪੈਸ਼ਲ ਲਗਾਇਆ। ਮੇਰੇ ਤੇ ਤੇਰੇ ਨਾਲ ਐਸ ਨਹੀਂ ਲੱਗੇਗਾ। ਜਦੋਂ ਕੋਈ ਤੀਜੇ ਬੰਦੇ ਬਾਰੇ ਗੱਲ ਕਰਾਂਗੇ ਤੇ ਉਹਦੇ ਕੰਮ ਦੇ ਨਾਲ ਅਸੀਂ ਐਸ ਲਗਾ ਦਾਂਗੇ। ਸੋ ਇਹਨਾਂ ਦੇ ਕੰਮ ਕੀ ਨੇ, ਇਹਨਾਂ ਦੀ ਆਵਾਜ਼ ਜੋ ਹੈ ਕੱਢਦੇ ਨੇ। ਸੋ ਹੋਰਸ ਦਾ ਕੰਮ ਕੀ ਹੈ, ਨੇਜ਼ ਉਹਦੀ ਆਵਾਜ਼। ਐਨ ਆਊਲ ਹੂਟਸ, ਅ ਗੋਟ ਬਲੀਡਸ, ਅ ਕ੍ਰੋ ਕਾਜ਼, ਅ ਪੈਰਟ ਟਾਕਸ, ਜਾਂ ਤੁਸੀਂ ਕਹਿ ਸਕਦੇ ਹੋ ਸਕੂਕ। ਸਕੂਕ ਤੇ ਸਪੈਲਿੰਗ SQUWAK, ਸਕੂਕ। ਅ ਫਰੋਗ croaks, croak ਕਹਿ ਸਕਦੇ ਹੋ, ਔਰ ribbit ਕਹਿ ਸਕਦੇ ਹੋ, ribbits। a donkey brays, a duck quacks। ਆਜੋ ਅਸੀਂ ਹੁਣ ਥਰਡ ਐਕਟੀਵਿਟੀ ਤੇ ਚਲਦੇ ਹਾਂ। fill in the blanks, select suitable words from the story। first, Rajinder was dash because his parents had moved to the village। ਜਦੋਂ ਉਹਦੇ ਪੇਰੈਂਟਸ ਨੇ ਮੂਵ ਕਰਨਾ ਸੀ ਵਿਲੇਜ ਤੇ ਰਜਿੰਦਰ ਕੀ ਹੋਇਆ ਸੀ, ਰਜਿੰਦਰ was very happy। cows moo and lions roar, ROAR। cows send us a lot of delicious gifts। okay, ਅੱਗੇ fourth, Rajinder pours dash on his apples। Rajinder pours thick cream on his apples। fifth, mother eats a piece of dash at tea time। mother eats a piece of homemade cheese at tea time। okay, now activity 4, read each sentence। if it is correct, write yes, or if it is not correct, then write no in the given space। ਜੇ ਤਾਂ ਇਹ ਸੈਂਟੈਂਸ ਠੀਕ ਹੋਏ ਤਾਂ ਫਿਰ ਆਪਾਂ ਲਿਖਾਂਗੇ ਯੈਸ, ਨਹੀਂ ਤਾਂ ਕੀ ਲਿਖਾਂਗੇ ਨੋ। ਫਸਟ, ਰਜਿੰਦਰਸ ਫੈਮਿਲੀ ਮੂਵਡ ਫਰੋਮ ਕੰਟਰੀ ਟੂ ਟਾਊਨ। ਰੋਂਗ ਹੈ ਨਾ, ਇੱਥੇ ਕੀ ਲਿਖਾਂਗੇ ਨੋ, ਕਿਉਂਕਿ ਉਹ ਸਿਟੀ ਤੋਂ ਕਿਹਦੇ ਵੱਲ ਜਾ ਰਹੇ ਸੀ, ਫਾਰਮ ਹਾਊਸ ਯਾਨੀ ਵਿਲੇਜ ਵੱਲ। ਓਕੇ, ਸੈਕਿੰਡ, ਅ ਕਾਓ ਮੂਜ਼। ਕਾਓ ਕਿੱਦਾਂ ਦੀ ਆਵਾਜ਼ ਕਰਦੀ ਹੈ, ਮੂਜ਼। ਰਾਈਟ ਕਿ ਰੋਂਗ, ਰਾਈਟ, ਫਿਰ ਆਪਾਂ ਲਿਖਾਂਗੇ ਯੈਸ। ਥਰਡ, A cows gave us a lot of presents। ਇੱਕ ਗਾਂ ਸਾਨੂੰ ਕਈ ਤਰ੍ਹਾਂ ਦੇ ਪ੍ਰੈਜ਼ੈਂਟਸ ਦਿੰਦੀ, ਤੋਹਫੇ ਦਿੰਦੀ। ਠੀਕ ਹੈ, ਹਾਂ ਬਈ ਲੈਸਨ 'ਚ ਤਾਂ ਇਹੀ ਲਿਖਿਆ ਹੋਇਆ। ਸੋ ਸਾਨੂੰ ਕਈ ਤਰ੍ਹਾਂ ਦੇ ਤੋਹਫੇ ਦਿੰਦੀ ਹੈ। ਓਕੇ, ਡਿਲੀਸ਼ੀਅਸ ਗਿਫਟਸ ਦਿੰਦੀ ਹੈ। ਸੋ ਇੱਥੇ ਯੈਸ ਆਏਗਾ। ਫੋਰਥ, ਰਜਿੰਦਰ ਅਪਰੀਸ਼ੀਏਟਸ ਦ ਕਾਊਜ਼ ਇਨ ਦ ਐਂਡ। ਇਹ ਠੀਕ ਹੈ, ਰਜਿੰਦਰ ਨੇ ਤਾਰੀਫ ਕੀਤੀ ਸੀ ਕਾਊਜ਼ ਦੀ। ਯੈਸ। Rajinder's mother says that cheese is a delicious thing। ਰਜਿੰਦਰ ਦੀ ਮਦਰ ਕਹਿੰਦੀ ਹੈ ਕਿ ਚੀਜ਼ delicious thing ਹੈ, ਸਵਾਦ ਚੀਜ਼ ਹੈ। yes, okay, ਫਿਰ yes ਲਿਖਾਂਗੇ। activity 5, read the story and answer the following questions। ਹੁਣ questions ਦੇ ਆਨਸਰ ਕਰਦੇ ਹਾਂ। what is the name of the boy in the story। so ਆਪਾਂ what ਨੂੰ ਮਿਟਾ ਦਾਂਗੇ, what ਦੀ ਜਗ੍ਹਾ ਤੇ ਕੀ ਲਿਖਾਂਗੇ, ਰਜਿੰਦਰ। so ਰਜਿੰਦਰ is the name of the boy in the story। ਅਗਲਾ question ਪੁੱਛਿਆ where, ਕਿੱਥੇ। where did the boy and his family come from। ਹੁਣ ਇੱਥੇ ਕੀ ਪੁੱਛਿਆ, come from ਯਾਨੀ ਕਿੱਥੋਂ ਆਏ ਸਨ। ਕਿੱਥੋਂ ਆਏ ਸਨ, ਸ਼ਹਿਰ ਤੋਂ। ਆਨਸਰ ਕੀ ਆਏਗਾ, the boy and his family came from। ਹੁਣ came ਕਿਉਂ ਆਇਆ, ਕਿਉਂਕਿ ਕੁਐਸਚਨ 'ਚ ਕੀ ਲਿਖਿਆ, did। ਜੇ ਕੁਐਸਚਨ 'ਚ did ਲਿਖਿਆ ਹੋਵੇ ਤਾਂ ਆਨਸਰ ਵਿੱਚ ਕੀ ਆ ਜਾਏਗਾ, ਸੈਕਿੰਡ ਫਾਰਮ, ਵਰਬ ਦੀ ਸੈਕਿੰਡ ਫਾਰਮ। ਸੋ ਇੱਥੇ ਵਰਬ ਦੀ ਫਰਸਟ ਫਾਰਮ ਲੱਗੀ ਹੈ ਨਾ, come, ਤੇ come ਦੀ ਸੈਕਿੰਡ ਫਾਰਮ came। ਆਨਸਰ ਕੀ ਆਊਗਾ, the boy and his family came from the city। where does the milk come from। ਦੁੱਧ ਕਿੱਥੋਂ ਆਂਦਾ, yes, the milk comes from। ਹੁਣ comes ਕਿਉਂ ਆਇਆ, ਕਿਉਂਕਿ ਕੁਐਸਚਨ 'ਚ ਕੀ ਲਿਖਿਆ, does ਹੈ ਨਾ, do ਦੇ ਨਾਲ es ਲੱਗਿਆ ਤੇ ਆਪਾਂ ਜਦੋਂ ਆਨਸਰ ਲਿਖਾਂਗੇ ਉਦੋਂ come ਦੇ ਨਾਲ ਵੀ s ਲਗਾ ਦਾਂਗੇ। the milk comes from the cow। fourth, what present does the mother get from the cow। the mother gets delicious presents from the cow। ਇੱਥੇ ਚਾਹੋ ਤਾਂ ਤੁਸੀਂ ਉਹਨਾਂ ਦੇ ਨਾਮ ਵੀ ਲਿਖ ਸਕਦੇ ਹੋ, thick cream, milk। ਓਕੇ, ਜੋ ਵੀ ਤੁਸੀਂ ਇਸ ਲੈਸਨ ਵਿੱਚ ਪੜ੍ਹਿਆ ਉਹ ਸਭ ਕੁਝ ਲਿਖ ਸਕਦੇ ਹੋ ਜਾਂ ਆਪਣੇ ਆਪ ਵੀ ਕਰ ਸਕਦੇ ਹੋ। ਓਕੇ, ਪਰ ਜੇ ਇੱਕ ਲਾਈਨ 'ਚ ਲਿਖਣਾ ਹੋਏਗਾ ਫਿਰ ਕਿੱਦਾਂ ਲਿਖੋਗੇ, the mother gets delicious presents from the cow। what does the boy say about the cow at the end of the story। ਲੜਕਾ ਸਟੋਰੀ ਦੇ ਆਖਿਰ ਵਿੱਚ ਕਾਓ ਬਾਰੇ ਕੀ ਕਹਿੰਦਾ ਹੈ, ਆਪਾਂ ਇੱਥੇ ਲਿਖਾਂਗੇ he says that cows are very kind, he likes them very much, now they are his friends। okay, ਅੱਜ ਅਸੀਂ ਸਿੱਖਾਂਗੇ ਨਾਉਨ। ਠੀਕ ਹੈ, ਨੀਚੇ ਕੁਝ ਲਾਈਨਸ ਲਿਖੀਆਂ ਉਹ 'ਚ ਆਪਾਂ ਨਾਉਨ ਲੱਭਦੇ ਹਾਂ ਵੀ ਨਾਮ ਕਿਹੜੇ ਕਿਹੜੇ ਨੇ। ਸੋ ਸਭ ਤੋਂ ਪਹਿਲੀ ਐਗਜ਼ਾਮਪਲ ਕੀ ਹੈ,
ਮਨਪ੍ਰੀਤ ਇਜ਼ ਅ ਗੁੱਡ ਬॉय। ਨਾਮ ਕੀ ਹੈ? ਮਨਪ੍ਰੀਤ। ਇੱਕ ਹੋਰ ਨਾਮ ਹੈ ਬॉय, ਠੀਕ ਹੈ। ਸੋ ਮਨਪ੍ਰੀਤ ਵੀ ਨਾउन ਤੇ ਬॉय ਵੀ ਨਾउन। ਚੰਡੀਗੜ੍ਹ ਇਜ਼ ਅ ਕਲੀਨ ਸਿਟੀ। ਚੰਡੀਗੜ੍ਹ ਸਿਟੀ, ਇਹ ਦੋਨੋਂ ਕੀ ਨੇ? ਨਾਮ। ਸਨੇਕਸ ਆਰ ਫਰੈਂਡਸ ਆਫ ਫਾਰਮਰਸ। ਸਨੇਕਸ, ਫਰੈਂਡਸ, ਫਾਰਮਰਸ, ਇਹ ਸਾਰੇ ਕੀ ਆ? ਆਪਾਂ ਕਿਸੇ ਨਾ ਕਿਸੇ ਚੀਜ਼ ਨੂੰ ਨਾਮ ਦਿੱਤੇ ਹੋਏ ਨੇ। ਸੋ ਇਹ ਕੀ ਨੇ? ਨਾउन्स। ਓਕੇ। ਐਕਟੀਵਿਟੀ 6, ਲੁੱਕ ਐਟ ਦ ਟੇਬਲ ਗਿਵਨ ਬਿਲੋ, all the words are nouns, add some more on the table। ਚਲੋ ਆਪਾਂ ਦੇਖਦੇ ਹਾਂ ਕਿ ਇਹ ਸਾਰੇ ਜਿਹੜੇ nouns ਲਿਖੇ ਹੋਏ ਨੇ ਇਹ ਕਿਹੜੇ-ਕਿਹੜੇ ਨੇ। ਪਲੇਸ ਯਾਨੀ ਜਗ੍ਹਾ, ਕਿਹੜੀਆਂ-ਕਿਹੜੀਆਂ ਪਲੇਸ ਦੇ ਨਾਮ ਲਿਖਿਆ? ਇੰਡੀਆ, ਪੰਜਾਬ, ਦਿੱਲੀ, ਪਾਕ। ਕਲਾਸ, ਪਰਸਨ ਯਾਨੀ ਵਿਅਕਤੀਆਂ ਦੇ ਨਾਮ ਵੀ ਲਿਖੇ ਹੋਏ ਨੇ। ਰਾਘਵ, ਦਿਵਯਮ, ਅਮਿਤ, ਬॉयਜ਼, ਗਰਲਸ। ਥਿੰਗ, ਚੀਜ਼ਾਂ ਦੇ ਨਾਮ ਵੀ ਲਿਖੇ ਨੇ। ਟॉय, ਫਲਾਵਰਸ, oranges, बैट, ट्री। एनिमल ਦੇ ਵੀ ਲਿਖਿਆ ਹੈ। ਡੌਗ, ਕੈਟ, ਸਨੇਕ, ਫੋਕਸ, ਵੋਲਫ। ਨੀਚੇ ਖਾਨੇ ਵੀ ਖਾਲੀ ਛੱਡੇ ਆ। ਸੋ ਇੱਥੇ ਜਿਹੜੇ ਨਾਮ ਇਹਨਾਂ ਨੇ ਨਹੀਂ ਲਿਖੇ ਤੇ ਤੁਹਾਨੂੰ ਪਤਾ ਤੁਸੀਂ ਲਿਖ ਸਕਦੇ ਹੋ, ਪਰ ਜਦੋਂ ਕਿਤਾਬ ਹੱਥ 'ਚ ਆਵੇ ਉਦੋਂ। ਓਕੇ, ਹੁਣ ਲੈਟ ਅਸ ਫਾਈਂਡ ਸਮ ਮੋਰ ਇਨਫੋਰਮੇਸ਼ਨ ਔਨ ਨਾउन्स। देयर आर डिफरेंट काइंड्स ऑफ नाउन्स दे आर। ਸੋ ਆਪਾਂ ਬੇਟੇ ਉੱਪਰ ਦੇਖਿਆ ਕਿ ਕਿਹੜੇ-ਕਿਹੜੇ ਨਾउन्स ਹਨ। ਆਪਾਂ ਉਹਨਾਂ ਨੂੰ ਹੁਣ ਦੇਖਦੇ ਹਾਂ ਵੀ ਉਹ ਉਹਨਾਂ ਦੀ ਕੈਟਾਗਰੀ ਕਿਹੜੀ ਬਣਦੀ ਹੈ। ਓਕੇ, ਸੋ ਪਹਿਲੀ ਕੈਟਾਗਰੀ ਹੈ ਕਾਮਨ ਨਾउन, ਆਮ ਨਾਮ, ਠੀਕ ਹੈ। ਦੂਜੀ ਹੈ ਪ੍ਰੋਪਰ ਨਾਮ। ਹੁਣ ਜਿਵੇਂ ਤੁਸੀਂ ਜਾਂ ਤਾਂ ਲੜਕਾ ਹੋ ਜਾਂ ਲੜਕੀ ਹੋ, ਠੀਕ ਹੈ। ਸੋ ਇਹ ਕੀ ਨੇ? ਕਾਮਨ। ਪਸ਼ੂ, ਕਾਮਨ ਨਾਮ। ਕਾਮਨ ਨਾउन ਕਿਹੜੇ ਹੋ ਗਏ? ਬੈਗ, ਪੈਨਸਿਲ, ਸਾਈਕਲ, ਇਹ ਸਾਰੇ ਕੀ ਹੈ? ਕਾਮਨ ਨਾउन। ਇਹ ਤਾਂ ਕੋਈ ਵੀ ਹੋ ਸਕਦੇ ਨੇ ਨਾ। ਪ੍ਰੋਪਰ ਨਾउन, ਹੀਰੋ ਕੰਪਨੀ ਦਾ ਸਾਈਕਲ ਹੈ, ਪ੍ਰੋਪਰ ਨਾउन ਹੋ ਗਿਆ, ਠੀਕ ਹੈ। ਹੁਣ ਲੜਕਾ, ਲੜਕੀ ਇੱਕ ਕਾਮਨ ਨਾउन ਹੈ, ਪਰ ਜੇ ਲੜਕੇ ਦਾ ਕੋਈ ਨਾਮ ਆ ਜਾਏ, ਜਿੱਦਾਂ ਮੇਰਾ ਨਾਮ ਹੈ ਪਰਮਜੋਤ ਸਿੰਘ, ਤਾਂ ਪਰਮਜੋਤ ਕੀ ਹੋ ਗਿਆ? ਪ੍ਰੋਪਰ ਨਾउन, ਖਾਸ ਨਾਮ। ਓਕੇ। ਥਰਡ ਹੈ ਕੰਕਰੀਟ ਨਾउन। ਕੰਕਰੀਟ ਹੁੰਦਾ ਕੋਈ ਵਸਤੂਵਾਚਕ ਨਾਮ, ਕਿਸੇ ਵੀ ਵਸਤੂ ਦਾ ਨਾਮ ਹੋਵੇ ਉਹਨੂੰ ਕਹਿੰਦੇ ਨੇ ਕੰਕਰੀਟ। ਐਬਸਟਰੈਕਟ ਨਾउन ਕਿਹੜੇ ਹੁੰਦੇ ਨੇ? ਐਬਸਟਰੈਕਟ ਨਾउन ਉਹ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਦੇਖ ਨਹੀਂ ਸਕਦੇ, ਟੱਚ ਨਹੀਂ ਕਰ ਸਕਦੇ। ਉਹ ਸਾਰੀਆਂ ਚੀਜ਼ਾਂ ਤੇ ਆਪਾਂ ਜੋ ਨਾਮ ਰੱਖੇ ਹੋਏ ਨੇ, ਜਿਵੇਂ ਹਾਂ ਵਧੀਆ ਸਾਨੂੰ ਖੁਸ਼ਬੂ ਆਉਂਦੀ ਹੈ ਤੇ ਆਪਾਂ ਖੁਸ਼ਬੂ ਨੂੰ ਹੱਥ ਨਹੀਂ ਲਾ ਸਕਦੇ, ਦੇਖ ਨਹੀਂ ਸਕਦੇ, ਪਰ ਆਪਾਂ ਜਿਹੜੀ ਉਹ ਚੀਜ਼ ਆ ਰਹੀ ਉਹਦਾ ਨਾਮ ਕੀ ਰੱਖ ਲਿਆ? ਖੁਸ਼ਬੂ, ਠੀਕ ਹੈ। ਫ੍ਰੈਗਰੈਂਸ। ਸੋ ਫ੍ਰੈਗਰੈਂਸ ਕੀ ਹੋ ਗਿਆ? ਇੱਕ ਐਬਸਟਰੈਕਟ ਨਾउन ਹੋ ਗਿਆ। ਹਵਾ ਚੱਲ ਰਹੀ ਹੈ, ਹੁਣ ਜਿਹੜੀ ਚੀਜ਼ ਚੱਲ ਰਹੀ ਹੈ ਉਹਦਾ ਆਪਾਂ ਕੀ ਨਾਮ ਦੇ ਦਿੱਤਾ? ਹਵਾ, ਪਰ ਆਪਾਂ ਦੇਖ ਨਹੀਂ ਸਕਦੇ, ਟੱਚ ਨਹੀਂ ਕਰ ਸਕਦੇ। ਸੋ ਐਬਸਟਰੈਕਟ ਨਾउन ਹੋ ਗਿਆ। ਓਕੇ। ਫਿਫਥ ਹੈ ਕਲੈਕਟਿਵ ਨਾउन, ਯਾਨੀ ਇੱਕ ਗਰੁੱਪ ਨੂੰ ਆਪਾਂ ਕੋਈ ਨਾਮ ਦੇਣਾ ਹੋਵੇ। ਕਲਾਸ ਬੈਠੀ ਹੈ, ਸਾਰੇ ਬੱਚਿਆਂ ਨੂੰ ਆਪਾਂ ਇੱਕ ਨਾਮ ਦਿੱਤਾ ਕਲਾਸ, ਤੇ ਇਸੇ ਤਰ੍ਹਾਂ ਸਾਰੇ ਗਰੀਬਾਂ ਨੂੰ ਨਾਮ ਦਿੱਤਾ ਦਾ ਪੂਅਰ, ਸਾਰੇ ਅਮੀਰਾਂ ਨੂੰ ਨਾਮ ਦਿੱਤਾ ਦਾ ਰਿਚ, ਸਾਰੇ ਲੋਕਾਂ ਨੂੰ ਨਾਮ ਦਿੱਤਾ ਪੀਪਲ। ਸਮਝ ਗਏ? ਸੋ ਇਹ ਕੀ ਨੇ? ਕਲੈਕਟਿਵ ਨਾउन। ਸੋ ਅੱਗੇ ਐਗਜ਼ਾਮਪਲਸ ਹੈ ਮੈਨ, ਵੂਮਨ, ਫਰੂਟਸ, ਐਨੀਮਲਸ। ਉਹਨਾਂ ਦੇ ਸੈਂਟੈਂਸਿਸ ਵੀ ਨਾਲ ਦਿੱਤੇ ਹੋਏ ਨੇ। men are playing, women are running, these fruits are sweets, animals are beautiful। ਇਹ ਸਾਰੇ ਕੀ ਨੇ? common noun ਹੈ। ਓਕੇ, so common noun, write common nouns in the space given and make small sentences। ਕੋਈ ਵੀ common noun ਇੱਥੇ ਲਿਖੋ, ਜਿਵੇਂ ਮੈਂ ਕਰਨਾ boy ਲਿਖੋ, I am a smart boy, ਠੀਕ ਹੈ। ਆਪਣੇ ਆਪ ਲਈ ਲਿਖ ਸਕਦੇ ਹੋ I am a smart girl। ਹੋਰ ਕਿਹੜਾ ਕਾਮਨ ਨਾउन ਹੋਏਗਾ? ਬੈਗ, this is my bag, this is my beautiful bag। ਐਪਲ ਕਾਮਨ ਨਾउन ਹੋ ਗਿਆ ਨਾ। ਸੋ ਇਸ ਤਰ੍ਹਾਂ ਤੁਸੀਂ ਸਾਰੇ ਕਾਮਨ ਨਾउन ਆਪਣੇ ਕੋਲ ਬਣਾ ਕੇ ਜਿੰਨੇ ਵੱਧ ਤੋਂ ਵੱਧ ਲਿਖ ਸਕਦੇ ਹੋ ਲਿਖ ਦੇਣਾ। ਅੱਗੇ ਕੀ ਆ ਗਿਆ? ਪ੍ਰੋਪਰ ਨਾउन। ਹੁਣ ਤੁਸੀਂ ਕਿਹਾ ਮੈਂ ਲੜਕੀ ਹਾਂ, ਪਰ ਲੜਕੀ ਤਾਂ ਕਿੰਨੀਆਂ ਹੀ ਲੜਕੀਆਂ ਨੇ, ਹਨਾ। ਸੋ ਆਪਾਂ ਹੁਣ ਲੜਕੀ ਨੂੰ ਇੱਕ ਨਾਮ ਦੇਤਾ ਰਾਧਾ। ਰਾਧਾ ਇਜ਼ ਪਲੇਇੰਗ, ਵੀ ਸਾਰੀਆਂ ਲੜਕੀਆਂ ਨਹੀਂ ਖੇਡ ਰਹੀਆਂ, ਕਿਹੜੀ ਲੜਕੀ ਖੇਡ ਰਹੀ ਹੈ? ਜਿਹਦਾ ਨਾਮ ਰਾਧਾ। ਰਾਧਾ ਉਹਦਾ ਪ੍ਰੋਪਰ ਨਾउन ਹੋ ਗਿਆ। ਅੱਗੇ ਕੀ ਪ੍ਰੋਪਰ ਨਾउन? ਮਿਸਟਰ ਸੇਨ ਐਂਡ ਮਿਸਿਸ ਸੇਨ। ਥਰਡ ਹੈ ਮੁੰਬਈ। ਫੋਰਥ ਹੈ ਗੋਪਾਲ। ਇਹ ਸਾਰੇ ਕੀ ਹੋ ਗਏ? ਪ੍ਰੋਪਰ ਨਾउन। ਐਕਟੀਵਿਟੀ 8 ਦੇਖੀਏ। ਹੁਣ ਐਕਟੀਵਿਟੀ 8 ਵਿੱਚ ਕੀ ਕਹਿ ਰਹੇ ਨੇ? ਕਹਿੰਦੇ ਅੰਡਰਲਾਈਨ ਪ੍ਰੋਪਰ ਨਾउन्स ਐਂਡ ਐਨਸਰਕਲ ਕਾਮਨ ਨਾउन्स ਇਨ ਦਾ ਸਟੋਰੀ ਗਿਵਨ ਬਿਲੋ। ਨੀਚੇ ਇੱਕ ਸਟੋਰੀ ਦਿੱਤੀ ਹੈ, ਕਹਿੰਦੇ ਉਹ 'ਚ ਦੋ ਕੰਮ ਕਰੋ। ਇੱਕ ਤਾਂ ਅੰਡਰਲਾਈਨ ਕਰੋ। ਕਿਹੜੀ ਚੀਜ਼ ਨੂੰ ਅੰਡਰਲਾਈਨ ਕਰਨਾ? ਜਿਹੜੇ ਪ੍ਰੋਪਰ ਨਾउन ਹੈ, ਕਿਸੇ ਨੂੰ ਖਾਸ ਨਾਮ ਦਿੱਤਾ, ਜਿਵੇਂ ਸਭ ਤੋਂ ਪਹਿਲਾਂ ਕੀ ਨਾਮ ਦਿੱਤਾ? ਅਮਿਤ, ਇਹਨੂੰ ਅੰਡਰਲਾਈਨ ਕਰ ਲਓ। ਸੋ ਇਹਨੂੰ ਨੋਟਬੁੱਕ ਤੇ ਕਿੱਦਾਂ ਉਤਾਰਨਾ? ਤੁਸੀਂ ਇਹਦਾ ਸਕਰੀਨਸ਼ਾਟ ਖਿੱਚ ਕੇ ਇੱਕ ਪਾਸੇ ਲਿਖ ਲੈਣਾ ਕਾਮਨ ਨਾउन, ਇੱਕ ਪਾਸੇ ਲਿਖ ਲੈਣਾ ਪ੍ਰੋਪਰ ਨਾउन, ਠੀਕ ਹੈ। ਕਾਮਨ ਨਾउन ਵਾਲੇ ਪਾਸੇ ਕਾਮਨ ਨਾउन ਲਿਖ ਦਿਓ ਜਿੰਨੇ ਤੁਹਾਨੂੰ ਇਹ 'ਚ ਲੱਭੇ, ਪ੍ਰੋਪਰ ਨਾउन्स ਵਾਲੇ ਪਾਸੇ ਪ੍ਰੋਪਰ ਨਾउन ਲਿਖ ਦਿਓ, ਠੀਕ ਹੈ। ਸੋ ਜਿਹੜਾ ਖਾਸ ਨਾਮ ਹੋਇਆ ਕਿਸੇ ਦਾ, ਉਹਦਾ ਪ੍ਰੋਪਰ ਨਾउन,
ਕਾਮਨ ਜਿਹੜੇ ਆਮ ਨਾਮ ਹੁੰਦੇ ਉਹ ਤੁਸੀਂ ਆਮ ਨਾਮ, ਤੇ ਉਸ ਤੋਂ ਬਾਅਦ ਇਹਨੂੰ ਆਪਣੇ ਟੀਚਰ ਕੋਲੋਂ ਚੈੱਕ ਕਰਾ ਲੈਣਾ। ਐਕਟੀਵਿਟੀ 9, ਲੁੱਕ ਐਟ ਦਾ ਪਿਕਚਰ ਗਿਵਨ ਐਂਡ ਲਿਸਟ ਦਾ ਕਾਮਨ ਐਂਡ ਪ੍ਰੋਪਰ ਨਾਊਨਸ ਇਨ ਦਾ ਟੇਬਲ ਗਿਵਨ ਬਿਲੋ। ਹੁਣ ਕਹਿੰਦੇ ਨੀਚੇ ਇੱਕ ਫੋਟੋ ਦਿੱਤੀ ਹੋਈ ਹੈ, ਇਹਦੇ ਵਿੱਚ ਨਾਮ ਲਿਖੇ ਹੋਏ ਨੇ, ਕਾਮਨ ਵੀ ਲਿਖੇ ਹੋਏ ਨੇ ਤੇ ਪ੍ਰੋਪਰ ਵੀ ਲਿਖੇ ਹੋਏ ਨੇ, ਤੇ ਉਹਦੇ ਨੀਚੇ ਇੱਕ ਟੇਬਲ ਬਣਿਆ ਹੋਇਆ ਜਿੱਦਾਂ ਮੈਂ ਤੁਹਾਨੂੰ ਹੁਣੇ ਕਿਹਾ ਸੀ, ਦੇਖੋ ਆ ਵੀ ਗਿਆ ਕਾਮਨ ਨਾਊਨਸ ਤੇ ਪ੍ਰੋਪਰ ਨਾਊਨਸ। ਇਸ ਤੋਂ ਚੁੱਕ ਕੇ ਤੁਸੀਂ ਇਸ ਤਰ੍ਹਾਂ ਦਾ ਟੇਬਲ ਆਪਣੀ ਨੋਟਬੁੱਕ ਤੇ ਬਣਾ ਲੈਣਾ ਤੇ ਲਿਖਣਾ ਹੈ। ਇਹ ਕੰਮ ਤੁਸੀਂ ਆਪੇ ਕਰਨਾ ਤੇ ਆਪਣੇ ਟੀਚਰ ਕੋਲ ਚੈੱਕ ਕਰਾਉਣਾ ਕਿ ਦੇਖੋ ਸਰ ਮੈਡਮ ਮੈਂ ਠੀਕ ਕੀਤਾ ਕਿ ਨਹੀਂ ਕੀਤਾ, ਠੀਕ ਹੈ। ਫਿਰ ਸਾਰਿਆਂ ਨੂੰ ਲੱਗੇਗਾ ਕਿ ਹਾਂ ਤੁਸੀਂ ਵੀਡੀਓਜ਼ ਤੋਂ ਦੇਖ ਕੇ ਆਪਣੇ ਆਪ ਪੜ੍ਹ ਰਹੇ ਹੋ। ਓਕੇ, ਅੱਗੇ ਆ ਜਾਓ ਜੀ। ਰੀਡਿੰਗ ਅ ਸ਼ੋਰਟ ਪੈਸੇਜ, ਪੇਪਰ ਵਿੱਚ ਇਸ ਤਰ੍ਹਾਂ ਦੇ ਪੈਸੇਜ ਆਣਗੇ, ਤੁਸੀਂ ਇੱਕ ਪੈਰਾ ਪੜ੍ਹਨਾ ਹੋਏਗਾ ਤੇ ਉਸ ਤੋਂ ਬਾਅਦ ਉਹਦੇ ਵਿੱਚ ਕੁਐਸਚਨ ਆਨਸਰ ਤੁਸੀਂ ਆਪਣੇ ਆਪ ਜਵਾਬ ਦੇਣੇ ਹੋਣਗੇ, ਠੀਕ ਹੈ। ਸੋ ਇਹ ਪੈਰਾ ਤੁਸੀਂ ਪੜ੍ਹਨਾ ਹੈ ਤੇ ਉਸ ਤੋਂ ਬਾਅਦ ਅੱਗੇ ਕੁਐਸਚਨ ਆਨਸਰ ਦੇ ਦਿੱਤੇ ਹੋਏ ਹਨ, ਉਹ ਤੁਸੀਂ ਜਿਹੜਾ ਹੈਗਾ ਚੋ ਪੜ੍ਹ ਕੇ ਉਹਦੇ ਜਵਾਬ ਆਪਣੇ ਆਪ ਲੱਭਣੇ ਹਨ, ਠੀਕ ਹੈ। ਟੀਚਰ ਇੱਥੇ ਹੈਲਪ ਕਰੇਗਾ ਜੇ ਤੁਹਾਨੂੰ ਕੋਈ ਚੀਜ਼ ਨਹੀਂ ਪੜ੍ਹਨੀ ਆਂਦੀ। ਓਕੇ, ਸੋ ਜੇ ਨਹੀਂ ਪੜ੍ਹਨੀ ਆਂਦੀ ਮੈਂ ਇਹਦੀ ਸਾਰੇ ਦੀ ਟ੍ਰਾਂਸਲੇਸ਼ਨ ਕਰਦਾ, ਪਰ ਇਹਦੇ ਕੁਐਸਚਨ ਦੇ ਆਨਸਰ ਤੁਸੀਂ ਆਪ ਕਰੋਗੇ। ਜਿੱਦਾਂ ਮੈਂ ਤੁਹਾਨੂੰ ਕਿਹਾ ਸੀ ਕਿ ਸਕਰੀਨਸ਼ਾਟ ਖਿੱਚ ਕੇ ਆਪਣੀ ਨੋਟਬੁੱਕ ਤੇ ਲਿਖ ਲੈਣਾ ਤੇ ਆਪਣੇ ਟੀਚਰ ਕੋਲ ਚੈੱਕ ਕਰਾ ਲੈਣਾ। ਚਲੋ ਆਜੋ ਆਪਾਂ ਪੈਰਾ ਪੜ੍ਹਦੇ ਹਾਂ। Not many of us know how to brush our teeth properly। ਸਾਡੇ ਵਿੱਚੋਂ ਬਹੁਤ ਸਾਰੇ ਜਣੇ ਨਹੀਂ ਜਾਣਦੇ ਕਿ ਆਪਣੇ ਦੰਦ ਕਿਸ ਤਰ੍ਹਾਂ ਚੰਗੀ ਤਰ੍ਹਾਂ ਬ੍ਰਸ਼ ਕਰਨੇ ਹਨ। ਪ੍ਰੋਪਰ ਬ੍ਰਸ਼ਿੰਗ ਟੇਕਸ ਐਟ ਲੀਸਟ 2 ਮਿੰਟਸ ਟਵਾਈਸ ਅ ਡੇ। ਪ੍ਰੋਪਰ ਬ੍ਰਸ਼ਿੰਗ ਕਰਨੀ ਹੋਵੇ ਦੰਦਾਂ ਨੂੰ ਤਾਂ ਇਹ 2 ਵਾਰੀ ਕਰੀਦੀ ਹੁੰਦੀ ਹੈ ਤੇ ਕਿੰਨੀ ਦੇਰ? 2 ਮਿੰਟ। ਬ੍ਰਸ਼ਿੰਗ ਸ਼ੁੱਡ ਬੀ ਜੈਂਟਲ। ਜਿਹੜੀ ਤੁਸੀਂ ਬ੍ਰਸ਼ਿੰਗ ਕਰਦੇ ਹੋ ਉਹ ਬੜੇ ਆਰਾਮ ਨਾਲ ਕਰਨੀ ਹੈ, ਜ਼ਿਆਦਾ ਜ਼ੋਰ ਲਾ ਕੇ ਨਹੀਂ ਕਰਨੀ। ਯੂਜ਼ ਸਮਾਲ ਹੈਡਡ ਟੂਥਬ੍ਰਸ਼ ਬਿਕੋਜ਼ ਇਟ ਕੈਨ ਰੀਚ ਆਲ ਦਾ ਏਰੀਆਜ਼ ਆਫ ਦਾ ਮਾਊਥ। ਸਾਨੂੰ ਜ਼ਿਆਦਾ ਵੱਡੇ ਸਿਰ ਵਾਲਾ ਟੂਥਬ੍ਰਸ਼ ਨਹੀਂ ਯੂਜ਼ ਕਰਨਾ ਚਾਹੀਦਾ ਕਿਉਂਕਿ ਉਹ ਫਿਰ ਸਾਰੇ ਕੋਨਿਆਂ 'ਚ ਨਹੀਂ ਪਹੁੰਚਦਾ। ਛੋਟਾ ਯੂਜ਼ ਕਰਨਾ ਚਾਹੀਦਾ ਤਾਂ ਕਿ ਉਹ ਸਾਰੇ ਕੋਨਿਆਂ 'ਚ ਪਹੁੰਚ ਜਾਵੇ। ਯੂ ਮਸਟ ਕਲੀਨ ਦਾ ਆਊਟਰ ਸਰਫੇਸਿਸ ਆਫ ਯੂਅਰ ਅਪਰ ਟੀਥ ਐਂਡ ਦੈਨ ਯੂਅਰ ਲੋਅਰ ਟੀਥ। ਪਹਿਲਾਂ ਤੁਹਾਨੂੰ ਉੱਪਰਲੇ ਦੰਦ ਬਾਹਰੋਂ ਦੀ ਸਾਫ਼ ਕਰਨੇ ਚਾਹੀਦੇ ਹਨ, ਫਿਰ ਹੇਠਲੇ ਦੰਦ ਬਾਹਰੋਂ ਦੀ ਸਾਫ਼ ਕਰਨੇ ਚਾਹੀਦੇ ਹਨ। ਯੂ ਮਸਟ ਕਲੀਨ ਦਾ ਇਨਰ ਸਰਫੇਸਿਸ ਆਫ ਯੂਅਰ ਅਪਰ ਟੀਥ ਐਂਡ ਦੈਨ ਯੂਅਰ ਲੋਅਰ ਟੀਥ। ਉਸ ਤੋਂ ਬਾਅਦ ਉੱਪਰਲੇ ਦੰਦ ਅੰਦਰੋਂ ਤੇ ਫਿਰ ਹੇਠਲੇ ਦੰਦ ਅੰਦਰੋਂ ਸਾਫ਼ ਕਰਨੇ ਚਾਹੀਦੇ ਹਨ। ਆਲਸੋ ਕਲੀਨ ਦਾ ਚੂਇੰਗ ਸਰਫੇਸਿਸ। ਫਿਰ ਜਿਹੜੇ ਦੰਦਾਂ ਨਾਲ ਤੁਸੀਂ ਚਿਊ ਕਰਦੇ ਹੋ, ਚਬਾਉਂਦੇ ਹੋ, ਉਹਨਾਂ ਨੂੰ ਸਾਫ਼ ਕਰਨਾ ਚਾਹੀਦਾ ਹੈ। ਯੂ ਮਸਟ ਨੋਟ ਫੋਰਗੇਟ ਟੂ ਬ੍ਰਸ਼ ਯੂਅਰ ਟੰਗ ਟੂ। ਤੁਹਾਨੂੰ ਆਪਣੀ ਜੀਭ ਨੂੰ ਵੀ ਬ੍ਰਸ਼ ਕਰਨਾ ਨਹੀਂ ਭੁੱਲਣਾ ਚਾਹੀਦਾ। ਬ੍ਰਸ਼ਿੰਗ ਆਫ ਟੰਗ ਰਿਮੂਵਸ ਬੈਕਟੀਰੀਆ ਐਂਡ ਫਰੈਸ਼ਨਸ ਦ ਬ੍ਰੈਥ। ਜੇ ਤੁਸੀਂ ਟੰਗ ਨੂੰ ਬ੍ਰਸ਼ ਕਰਦੇ ਹੋ ਤੇ ਇਹ ਬੈਕਟੀਰੀਆ ਨੂੰ ਰਿਮੂਵ ਕਰ ਦਿੰਦੀ ਹੈ, ਯਾਨੀ ਮਿਟਾ ਦਿੰਦੀ ਹੈ ਤੇ ਤੁਹਾਡੇ ਜਿਹੜੇ ਸਾਹ ਹੁੰਦਾ ਉਹਨੂੰ ਰਿਫਰੈਸ਼ ਕਰ ਦਿੰਦੀ ਹੈ, ਯਾਨੀ ਉਹ 'ਚੋਂ ਸਮੈਲ ਆਉਣੀ ਬੰਦ ਹੋ ਜਾਂਦੀ। ਯੂ ਮਸਟ ਰੀਪਲੇਸ ਯੂਅਰ ਟੂਥਬ੍ਰਸ਼ ਐਵਰੀ 3 ਮੰਥਸ। ਹਰ 3 ਮਹੀਨੇ ਬਾਅਦ ਤੁਹਾਨੂੰ ਆਪਣਾ ਟੂਥਬ੍ਰਸ਼ ਬਦਲ ਲੈਣਾ ਚਾਹੀਦਾ ਹੈ। ਯੂ ਮਸਟ ਆਲਸੋ ਚੇਂਜ ਯੂਅਰ ਟੂਥਬ੍ਰਸ਼ ਇਫ ਯੂ ਹੈਵ ਹੈਡ ਅ ਕੋਲਡ ਔਰ ਐਨੀ ਅਦਰ ਫਾਰਮ ਆਫ ਮਾਊਥ ਇਨਫੈਕਸ਼ਨ। ਤੁਹਾਨੂੰ ਉਦੋਂ ਵੀ ਆਪਣਾ ਬ੍ਰਸ਼ ਬਦਲ ਲੈਣਾ ਚਾਹੀਦਾ ਜੇ ਤੁਹਾਨੂੰ ਜ਼ੁਕਾਮ ਹੋ ਜਾਵੇ ਤੇ ਜਾਂ ਕੋਈ ਮਾਊਥ ਦੀ ਇਨਫੈਕਸ਼ਨ ਹੋ ਜਾਵੇ। ਉਸ ਤੋਂ ਬਾਅਦ ਉਹ ਬ੍ਰਸ਼ ਚੇਂਜ ਕਰਕੇ ਨਵਾਂ ਲੈ ਲੈਣਾ ਚਾਹੀਦਾ ਹੈ। ਇਟ ਇਜ਼ ਬਿਕੋਜ਼ ਦ ਬ੍ਰਿਸਲਸ ਕੈਨ ਕਲੈਕਟ ਜਰਮਸ ਦੈਟ ਕੈਨ ਲੀਡ ਟੂ ਦ ਸੇਮ ਇਨਫੈਕਸ਼ਨ ਵਨਸ ਅਗੇਨ। ਜਿਹੜੇ ਉਹ 'ਚ ਬ੍ਰਿਸਲਸ ਲੱਗੇ ਹੁੰਦੇ ਹਨ। ਬ੍ਰਿਸਲਸ ਕੀ ਹੁੰਦੇ ਨੇ? ਜਿਹੜੇ ਰੇਸ਼ੇ, ਟੂਥਬ੍ਰਸ਼ ਦੇ ਰੇਸ਼ੇ ਲੱਗੇ ਹੁੰਦੇ ਹਨ, ਠੀਕ ਹੈ। ਉਹਨਾਂ 'ਤੇ ਕਿਉਂਕਿ ਜਰਮਸ ਲੱਗੇ ਹੁੰਦੇ ਹਨ, ਜੇ ਉਹੀ ਤੁਸੀਂ ਦੁਬਾਰਾ ਵਰਤੋਗੇ ਤਾਂ ਸੇਮ ਇਨਫੈਕਸ਼ਨ ਤੁਹਾਨੂੰ ਦੁਬਾਰਾ ਹੋ ਜਾਏਗੀ। ਓਕੇ ਜੀ, ਹੁਣੇ ਮੈਂ ਤੁਹਾਨੂੰ ਦੱਸਦਾ, ਕੁਐਸਚਨ ਆਨਸਰ ਤੁਸੀਂ ਆਪ ਕਰਨੇ ਨੇ। ਲਾਸਟ ਤੇ ਆ ਜਾਓ ਜੀ, ਪੇਅਰ ਵਰਕ ਹੈ। ਸੋ ਪੇਅਰ ਵਰਕ ਹੁੰਦਾ ਜਦੋਂ ਤੁਸੀਂ ਕਿਸੇ ਦੇ ਨਾਲ ਬੈਠ ਕੇ 2 ਜਣੇ ਮਿਲ ਕੇ ਕੰਮ ਕਰਦੇ ਹੋ। ਓਕੇ, ਦ ਟੀਚਰ ਵਿਲ ਰੀਡ ਆਊਟ ਦ ਸਟੋਰੀ ਟੂ ਦ ਸਟੂਡੈਂਟਸ, ਲਿਸਨ ਟੂ ਦ ਸਟੋਰੀ ਕੇਅਰਫੁਲੀ ਐਂਡ ਰਾਈਟ ਦ ਨੇਮਸ ਆਫ ਦ ਪੀਪਲ ਐਨੀਮਲਸ ਫਰੋਮ ਦ ਸਟੋਰੀ। ਇਹ ਜਿਹੜੇ ਹੈ ਸਟੋਰੀ ਤੁਹਾਨੂੰ ਦੱਸ ਦਿੱਤੀ ਗਈ ਹੈ। ਸੋ ਕਾਓ, ਹੈਨ, ਦੇਖੋ ਆਈ ਤੋਂ ਕੀ ਆਇਆ, ਜੀ ਤੋਂ ਐਚ, ਆਰ ਕੇ ਡੀ ਐਮ। ਇਹਨਾਂ ਸਾਰਿਆਂ ਤੋਂ ਜਿਹੜੇ ਪੀਪਲ ਯਾਨੀ ਲੋਕ ਜਾਂ ਕਿਸੇ ਜਾਨਵਰ ਦਾ ਨਾਮ
ਇਸ ਲੈਸਨ ਵਿੱਚ ਆਇਆ। ਓਕੇ, ਉਹ ਸਾਰੇ ਇੱਥੇ ਪਹਿਲਾਂ ਲਿਖੋ ਤੇ ਫਿਰ ਨਾਓ ਸੇ them aloud to your partner ਤੇ ਫਿਰ ਉਹ ਸਾਰਾ ਕੁਝ ਆਪਣੇ ਪਾਰਟਨਰ ਨੂੰ ਉੱਚੀ ਉੱਚੀ ਬੋਲ ਕੇ ਦੱਸੋ। ਲਰਨਿੰਗ ਟੂ ਸਪੀਕ, ਹੁਣ ਬੋਲਣ ਦੀ ਪ੍ਰੈਕਟਿਸ ਕਰੀਏ। ਸਪੀਕ 5 sentences about cow in your group using the following hints। ਓਕੇ, ਆਪਣੇ ਗਰੁੱਪ ਵਿੱਚ 5 ਸੈਂਟੈਂਸ ਕਾਓ ਬਾਰੇ ਬੋਲਨੇ ਨੇ। ਨੀਚੇ ਦੇਖੋ ਸ਼ਬਦ ਵੀ ਲਿਖਤੇ, ਹੁਣ ਸੈਂਟੈਂਸ ਬਣਾ ਦਿਓ। ਮਿਲਕ, ਕਾਓ ਗਿਵਸ ਅਸ ਮਿਲਕ। ਕਰੀਮ, ਠੀਕ ਹੈ, ਉਹ ਨਹੀਂ, ਇਹ ਵੀ ਮੈਂ ਨਹੀਂ ਦੱਸਾਂਗਾ, ਇਹ ਵੀ ਤੁਸੀਂ ਆਪਣੇ ਆਪ ਬਣਾਓ ਤੇ ਆਪਣੇ ਟੀਚਰਸ ਨੂੰ ਤੇ ਆਪਣੇ ਟੀਚਰ ਕੋਲੋਂ ਚੈੱਕ ਕਰਵਾਓ, ਟੀਚਰ ਮੈਂ ਠੀਕ ਲਿਖੇ ਹਨ ਕਿ ਨਹੀਂ। ਓਕੇ ਜੀ, ਸੋ ਐਕਟੀਵਿਟੀ 13, fill in the blanks using the information given in activity 12। ਲੋ ਜੀ, ਕਿਤਾਬ ਟੈਕਸਟ ਬੁੱਕ ਨੇ ਖੁਦ ਹੀ ਤੁਹਾਡੀ ਹੈਲਪ ਕਰਤੀ। ਸੋ ਇਹ ਕੀ ਕਹਿ ਰਹੇ ਨੇ, ਕਹਿੰਦੇ ਉੱਪਰਲੇ ਵਰਡ ਚੁਣੋ ਤੇ ਇਹ 'ਚ ਭਰ ਦਿਓ। A cow is a, ਇਹ ਆਪਣੇ ਆਪ ਭਰੋ ਵੀ, ਇਹ ਤਾਂ ਬਹੁਤ ਸੌਖਾ ਹੋ ਗਿਆ, ਇਸ ਤੋਂ ਜ਼ਿਆਦਾ ਮੈਂ ਨਹੀਂ ਦੱਸ ਸਕਦਾ। ਨਾਓ ਰਿਮੂਵ the numbers and put the sentences above in a paragraph। ਜਿਹੜੇ ਆ 6 ਨੰਬਰਸ ਲਿਖੇ ਨੇ ਇਹਨਾਂ ਨੂੰ ਰਿਮੂਵ ਕਰ ਦਿਓ, ਹਟਾ ਦਿਓ। ਹੁਣ ਇਹਨੂੰ ਪੈਰਾਗ੍ਰਾਫ ਵਾਂਗੂ ਇੱਥੇ ਪੈਰੇ ਤੇ ਲਿਖਣਾ ਹੈ, ਯਾਨੀ ਆਪਣੀ ਨੋਟਬੁੱਕ ਤੇ। ਓਕੇ ਜੀ, ਐਕਟੀਵਿਟੀ 14, ਹੈਵ ਯੂ ਸੀਨ ਅ ਬਫਲੋ, ਹਾਊ ਡਜ਼ ਇਟ ਲੁੱਕ ਲਾਈਕ, ਰਾਈਟ 5 sentences on a buffalo on your own। ਮੱਝ ਦੇਖੀ ਕਦੀ, ਉਹਦੇ ਉੱਤੇ 5 ਸੈਂਟੈਂਸ ਲਿਖੋ। ਮੱਝ ਦੇ ਉੱਪਰ ਜਾ ਕੇ ਨਹੀਂ ਲਿਖਣੇ, ਓਕੇ, ਆਪਣੀ ਨੋਟਬੁੱਕ ਤੇ ਲਿਖਣੇ ਨੇ। ਥੈਂਕ ਯੂ ਵੈਰੀ ਮਚ, ਹੋਪ ਯੂ enjoyed a lot with me। ਅਗਲੀ ਵੀਡੀਓ 'ਚ ਫਿਰ ਮਿਲਦੇ ਹਾਂ। ਅੱਛਾ ਪੜ੍ਹੋ। ਥੈਂਕ ਯੂ ਵੈਰੀ ਮਚ।